ਅਸਲਾਮੁਅਲੈਕਮ ਜੀ। ਅੱਜ ਤੁਹਾਨੂੰ ਨਰਮੇ ਦੀ ਫਸਲ ਦਿਖਾਉਂਦੇ ਹਾਂ ਕਿ ਨਰਮੇ ਦੀ ਛੋਟੀ ਛੋਟੀ ਫਸਲ ਆ, ਤਕਰੀਬਨ 35 ਤੋਂ 40 ਦਿਨ ਜਾਂ 50 ਦਿਨ ਦੇ ਲਾਗੇ ਆ, ਅਤੇ ਸਫੈਦ ਮੱਖੀ ਦਾ ਅਤੇ ਤੇਲੇ ਦਾ ਬੜਾ ਜ਼ਿਆਦਾ ਪ੍ਰੈਸ਼ਰ ਆ। ਅਤੇ ਇਹਦੇ ਵਾਸਤੇ ਤੁਹਾਨੂੰ ਫਾਰਮੂਲਾ ਵੀ ਦੱਸਦੇ ਆ ਇਨਸ਼ਾਅੱਲਾ। ਕਵਰ ਕਰਨਾ ਕਿਸ ਤਰ੍ਹਾਂ ਸਫੈਦ ਮੱਖੀ ਨੂੰ ਕਵਰ ਕਰਨਾ ਵਾ ਅਤੇ ਤੇਲੇ ਨੂੰ ਕਵਰ ਕਰਨਾ। ਜਿਹੜਾ ਨਰਮਾ ਹਜੇ ਛੋਟਾ ਵਾ, ਮਤਲਬ 50 ਦਿਨ ਦਾ 60 ਦਿਨ ਦੇ ਲਾਗੇ ਆ, ਇਹਦੇ 'ਤੇ ਤੁਸੀਂ ਫਾਰਮੂਲਾ ਕਿਹੜਾ ਇਸਤੇਮਾਲ ਕਰਨਾ ਵਾ, ਅਤੇ ਜਿਹੜਾ ਨਰਮਾ ਵੱਡਾ ਹੋ ਗਿਆ ਤਾਂ ਉਹਦੇ 'ਤੇ ਤੁਸੀਂ ਕਿਹੜਾ ਇਸਤੇਮਾਲ ਕਰਨਾ ਵਾ। ਆਹ ਦੇਖ ਸਕਦੇ ਤੁਸੀਂ, ਆਹ ਛੋਟਾ ਹਜੇ ਨਰਮਾ ਵਾ, ਜਿਵੇਂ 40-45 ਦਿਨ ਦਾ 50 ਦਿਨ ਦੇ ਲਾਗੇ ਨਰਮਾ ਵਾ, ਅਤੇ ਇਹ 'ਤੇ ਮੱਖੀ ਦਾ ਪ੍ਰੈਸ਼ਰ ਇੰਨਾ ਜ਼ਿਆਦਾ ਅਤੇ ਨਾਲ ਤੇਲੇ ਦਾ ਕਿ ਆ ਪੱਤੇ ਆਇਲੀ ਹੋ ਗਏ ਆ। ਆਹ ਦੇਖ ਸਕਦੇ ਤੁਸੀਂ, ਅਤੇ ਆਹ ਮੱਖੀ ਵੇਖੋ ਉੱਡਦੀ। ਕਿਸਾਨ ਵੀਰ ਆਪਣੇ ਨਰਮੇ ਦਾ ਲਾਜ਼ਮੀ ਜਾ ਕੇ ਦੇਖੋ, ਭਾਵੇਂ ਉਹਨਾਂ ਨੇ ਸੈਟੋਲਾਈ ਵਰਾਇਟੀ ਜਾਂ ਦੂਸਰੀ ਲਾਈ ਆ, ਦੋਨਾਂ ਵਰਾਇਟੀਆਂ 'ਤੇ ਇਸ ਟਾਈਮ ਮੱਖੀ ਦਾ ਸਫੈਦ ਦਾ ਬੜਾ ਜ਼ਿਆਦਾ ਪ੍ਰੈਸ਼ਰ ਆ, ਅਤੇ ਪੱਤੇ ਕਾਲੇ ਕਰੀ ਜਾ ਰਹੀ ਆ, ਨਾਲ ਤੇਲੇ ਦਾ ਵੀ ਬੜਾ ਪ੍ਰੈਸ਼ਰ ਆ। ਅਤੇ ਉਹਨੂੰ ਦੇਖ ਕੇ ਉਹਦੇ 'ਤੇ ਸਪਰੇਅ ਕਰਵਾਵੋ ਤਾਂ ਕਿ ਤੁਹਾਡਾ ਜਿਹੜਾ ਨਰਮਾ ਬਚ ਸਕੇ। ਅਤੇ ਤੁਹਾਨੂੰ ਇਹਦੇ 'ਚ ਫਾਰਮੂਲੇ ਦੱਸਦੇ ਹਾਂ ਇਨਸ਼ਾਅੱਲਾ, ਜਿਹਦੇ ਨਾਲ ਤੁਹਾਡਾ ਰਿਜ਼ਲਟ ਵੀ ਬਿਹਤਰੀਨ ਆਊਗਾ ਔਰ ਤੁਹਾਡਾ ਖਰਚਾ ਵੀ ਮੁਨਾਸਿਬ ਜਿਹਾ ਹੋਊਗਾ। ਅਗਰ ਤੁਹਾਡੀ ਫਸਲ ਜਿਹੜੀ ਆ 40-45 ਦਿਨ ਦੀ 50 ਦਿਨ ਦੇ ਲਾਗੇ ਆ, ਯਾਨੀ ਕਿ ਫਸਲ ਉੱਤੋਂ ਕਪਾਹ ਜਿਹੜੀ ਆ ਆਪਸ ਵਿੱਚ ਜੁੜੀ ਨਹੀਂ ਗੀ, ਅਤੇ ਤੁਸੀਂ ਕੀ ਕਰਨਾ ਵਾ, ਇਹਦੇ 'ਤੇ ਫਲੋਨੀਕਾਮਿਡ 100 ਗ੍ਰਾਮ ਅਤੇ ਇਹਦੇ ਨਾਲ ਪੈਰੀਪਰੋਕਸੀਫਨ 400 ਤੋਂ 500 ml ਪੈਰੀਪਰੋਕਸੀਫਨ ਲੈ ਲੈਣੀ ਆ, ਅਤੇ ਨਾਲ ਤੁਸੀਂ ਐਬਾਮੈਕਟਨ ਕਿਸੇ ਅੱਛੇ ਘਰ ਦਾ ਲੈ ਕੇ ਉਹ ਸ਼ਾਮਲ ਕਰ ਲੈਣਾ 400 ml। ਜਦੋਂ ਇਹ ਤੁਸੀਂ ਕੰਬੀਨੇਸ਼ਨ ਬਣਾ ਕੇ ਸਪਰੇਅ ਕਰੋਗੇ, ਇਹਦੇ ਤੁਹਾਡੀ ਇੱਕ ਤਾਂ ਬਾਲਗ ਮੱਖੀ, ਦੂਸਰੇ ਜਿਹੜੇ ਤੁਹਾਡੇ ਆਂਡੇ ਬੱਚੇ ਮੱਖੀ ਦੇ ਉਹ ਵੀ ਥਰਿਪਸ, ਮਾਈਟਸ ਅਤੇ ਸਬਜ਼ ਤੇਲਾ ਤੁਹਾਡਾ ਕਲੀਅਰ ਹੋ ਜਾਊਗਾ। ਅਤੇ 5 ਤੋਂ 6 ਦਿਨ ਬਾਅਦ ਦੁਬਾਰਾ ਤੁਸੀਂ ਆਪਣੇ ਫੀਲਡ ਨੂੰ ਦੁਬਾਰਾ ਵਿਜ਼ਿਟ ਕਰਕੇ ਉਹਦੇ 'ਤੇ ਦੇਖਿਓ ਵੀ ਤੁਹਾਡੀ ਜਿਹੜੀ ਆਂਡੇ ਬੱਚੇ ਦੀ ਤਾਦਾਦ ਕਿੰਨੀ ਕੁ ਰਹਿ ਗਈ ਆ, ਕਿੰਨੀ ਕੁ ਖਤਮ ਹੋ ਗਈ ਆ। ਉਸ ਹਿਸਾਬ ਨਾਲ ਤੁਸੀਂ ਦੁਬਾਰਾ ਫਿਰ ਇਹਦਾ ਗਰੁੱਪ ਚੇਂਜ ਕਰਕੇ ਸਪਰੇਅ ਜਿਹੜੀ ਆ ਤੁਸੀਂ ਰਿਪੀਟ ਕਰ ਦੇਣੀ। ਤੁਸੀਂ ਉੱਥੇ ਸਪੈਰੋ ਟੈਟਰਾਮੈਂਟ ਕਰ ਦਿਓ ਜਾਂ ਤੁਸੀਂ ਬੈਪਰੋ ਉਹਦੇ 'ਤੇ ਦੁਬਾਰਾ ਰਿਪੀਟ ਕਰ ਦਿਓ, ਤਾਂ ਕਿ ਜਿਹੜੇ ਅਗਲੇ ਤੁਹਾਡੇ ਕੁਛ ਦਿਨ ਆ ਉਹ ਚੰਗੇ ਗੁਜ਼ਰ ਜਾਣ। ਅਗਰ ਤੁਹਾਡੀ ਕਪਾਹ ਦੀ ਫਸਲ ਜਿਹੜੀ ਆ ਤਕਰੀਬਨ 100 ਦਿਨ ਦੇ ਲਾਗੇ ਆ, ਕਪਾਹ ਦੀ ਫਸਲ ਉੱਤੋਂ ਜੁੜ ਗਈ ਆ ਤਾਂ ਮੱਖੀ ਦਾ ਬੜਾ ਜ਼ਿਆਦਾ ਪ੍ਰੈਸ਼ਰ ਆ, ਉਹਦੇ 'ਚ ਤੁਸੀਂ ਕੀ ਕਰਨਾ ਵਾ ਕਿ ਮਾਰਕੀਟ ਵਿੱਚੋਂ ਡਾਇਆਫੈਂਥਰਨ ਮਿਲ ਜਾਂਦਾ ਦਾਣੇਦਾਰ, ਉਹਦਾ ਬਿਲਕੁਲ ਨਰਮੇ ਦੇ ਉੱਤੇ ਸਟ੍ਰੈਸ ਨਹੀਂ ਹੁੰਦਾ। ਤੁਸੀਂ ਸਪੈਰੋ ਟੈਟਰਾਮੈਂਟ ਦੇ ਨਾਲ, ਜਿਹਨੂੰ ਆਪਾਂ ਮੋਮੈਂਟੋ ਕਹਿੰਦੇ ਆ, ਉਹਦੇ ਨਾਲ ਡਾਇਆਫੈਂਥਰਨ ਸ਼ਾਮਲ ਕਰਕੇ ਅਤੇ ਨਾਲ ਤੁਸੀਂ ਡਾਇਨੋਟੀਫਰਾਨ ਸ਼ਾਮਲ ਕਰ ਲੈਣਾ, ਜਾਂ ਡਾਇਨੋਟੀਫਰਾਨ ਸ਼ਾਮਲ ਕਰ ਲਿਓ। ਅਗਰ ਡਾਇਨੋਟੀਫਰਾਨ ਨਹੀਂ ਸ਼ਾਮਲ ਕਰਨਾ ਤਾਂ ਨਾਈਟੋਪੈਰਮ ਸ਼ਾਮਲ ਕਰ ਲਿਓ ਕਰਕੇ, ਅਤੇ ਇਹਦਾ ਜਦੋਂ ਸਪਰੇਅ ਕਰਵਾਉਂਗੇ ਤਾਂ ਇਹਦੇ 'ਚ ਵੀ ਸਾਡੀ ਜਿਹੜੀ ਸਫੈਦ ਮੱਖੀ ਆ ਬਹੁਤ ਜ਼ਿਆਦਾ ਕਵਰ ਹੋ ਜਾਏਗੀ, ਉਹਦਾ ਆਂਡਾ ਬੱਚਾ ਵੀ ਕਵਰ ਹੋ ਜਾਊਗਾ। ਅਤੇ ਬਾਅਦ 'ਚ 5 ਤੋਂ 6 ਦਿਨ ਬਾਅਦ ਤੁਸੀਂ ਜਿਹੜੀ ਆ ਇਕੱਲੀ ਜਿਹੜੀ ਤੁਹਾਡੀ ਸਪੈਰੋ ਟੈਟਰਾਮੈਂਟ ਆ ਉਹ ਤੁਸੀਂ ਰਿਪੀਟ ਕਰ ਦੇਣੀ ਆ। ਜਦੋਂ ਦੁਬਾਰਾ ਰਿਪੀਟ ਕਰੋਗੇ ਉਹਦੇ 'ਚ ਇਹ ਹੋਊਗਾ ਵੀ ਜਿਹੜੇ ਕੋਈ ਆਂਡੇ ਬੱਚੇ ਦੀ ਤਾਦਾਦ ਅੱਗੇ ਰਹਿ ਗਈ ਸੀ ਉਹ ਵੀ ਖਤਮ ਹੋ ਜਾਊਗਾ, ਅਤੇ ਆਉਣ ਵਾਲੇ ਤੁਹਾਡੇ ਜਿਹੜੇ ਦਿਨ ਆ ਉਹ ਚੰਗੇ ਗੁਜ਼ਰ ਜਾਣਗੇ। ਇਸ ਤੋਂ ਹਟ ਕੇ ਜੀ ਅਗਰ ਤੁਸੀਂ ਮਹਿੰਗਾ ਖਰਚਾ ਕਰਨਾ ਚਾਹੁੰਦੇ ਆ ਤਾਂ ਫਿਰ ਆ ਜਾਂਦੀ ਹੈ ਜਾਫਰ ਵਾਲਿਆਂ ਦੀ ਮਤੋਈ। ਇਸ ਟਾਈਮ ਕੈਨਜ਼ੋ ਐਵੀਅਲ ਗਰੁੱਪ ਵੀ ਦੇ ਰਿਹਾ ਵਾ, ਤਾਂ ਫਿਰ ਤੁਸੀਂ ਜਦੋਂ ਮਤੋਈ ਦਾ ਸਪਰੇਅ ਕਰੋਗੇ ਤਾਂ ਉਹਦੇ ਨਾਲ ਤੁਹਾਡੀ ਬਾਲਗ ਵੀ ਅਤੇ ਆਂਡੇ ਬੱਚੇ ਵੀ ਦੋਨਾਂ 'ਤੇ ਉਹ ਕੰਮ ਕਰਦੀ ਆ, ਅਤੇ ਤੁਸੀਂ ਮਤੋਈ ਦਾ ਸਪਰੇਅ ਵੀ ਕਰ ਸਕਦੇ ਆ ਅਗਰ ਤੁਹਾਡੀ ਜੇਬ ਇਜਾਜ਼ਤ ਦਿੰਦੀ ਆ। ਅਗਰ ਨਹੀਂ ਜੇਬ ਇਜਾਜ਼ਤ ਦਿੰਦੀ ਤਾਂ ਤੁਸੀਂ ਇਹ ਫਾਰਮੂਲੇ ਕਰਕੇ ਆਪਣੀ ਕਪਾਹ ਦੀ ਫਸਲ ਨੂੰ ਬਚਾ ਸਕਦੇ ਆ ਔਰ ਬਿਹਤਰੀਨ ਪੈਦਾਵਾਰ ਲੈ ਸਕਦੇ ਆ। ਉਮੀਦ ਹੈ ਕਿ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਹੋਊਗੀ। ਅਗਰ ਚੰਗੀ ਲੱਗੀ ਹੋ ਤਾਂ ਦੂਸਰੇ ਕਿਸਾਨ ਵੀਰਾਂ ਨਾਲ ਸ਼ੇਅਰ ਕਰਿਓ। ਕਿਸੇ ਵੀ ਭਰਾ ਦਾ ਕੋਈ ਸਵਾਲ ਹੋਵੇ ਤਾਂ ਉਹ ਕਮੈਂਟ ਸੈਕਸ਼ਨ 'ਚ ਪੁੱਛ ਸਕਦਾ ਵਾ, ਅਤੇ ਇਹ ਫਾਰਮੂਲੇ ਲਾ ਕੇ ਤੁਸੀਂ ਬਿਹਤਰੀਨ ਪੈਦਾਵਾਰ ਲੈ ਸਕਦੇ ਆ। ਹਾਂ, ਅਗਰ ਉਹ ਕਪਾਹ ਜਿਹੜੀ ਬਿਲਕੁਲ ਹਜੇ ਛੋਟੀ ਆ, ਜਿਹਦੇ 'ਤੇ ਹਜੇ ਬਿਲਕੁਲ ਕੋਈ ਇੱਡਾ ਜ਼ਿਆਦਾ ਪ੍ਰੈਸ਼ਰ ਨਹੀਂ, ਕੋਈ ਥੋੜ੍ਹੀ ਥੋੜ੍ਹੀ ਮੱਖੀ ਦਿਸਦੀ ਆ, ਉਹਦੇ 'ਤੇ ਤੁਸੀਂ ਬੈਪਰੋਫੀਜ਼ਨ ਅਤੇ ਉਹਦੇ ਨਾਲ ਇੱਕ ਪੁੜੀ ਮਿਲਦੀ ਆ ਥਾਇਮਥਾਕਸਮ ਦੀ 48 ਗ੍ਰਾਮ ਵਾਲੀ ਜਿਹੜੀ ਪੁੜੀ ਆ, 2 ਪੁੜੀਆਂ ਤੁਸੀਂ ਥਾਇਮਥਾਕਸਮ ਦੀਆਂ, ਅਤੇ ਬੈਪਰੋਫੀਜ਼ਨ ਜਿਹੜਾ ਵਾ 1.25 ਕਿੱਲੇ 'ਤੇ ਤੁਸੀਂ 900 ਗ੍ਰਾਮ ਕਰਨਾ। ਅਗਰ ਉਹਦਾ ਤੁਸੀਂ ਸਪਰੇਅ ਕਰ ਦੋਗੇ ਤਾਂ ਉਹਦੇ ਨਾਲ ਵੀ ਤੁਹਾਡੀ ਸਫੈਦ ਮੱਖੀ ਅਤੇ ਤੇਲਾ ਜਿਹੜਾ ਖਤਮ ਹੋ ਜਾਊਗਾ, ਤੁਹਾਡਾ ਖਰਚਾ ਮੁਨਾਸਿਬ ਹੋਊਗਾ। ਅਗਰ ਉਹਦੇ 'ਚ ਤੁਹਾਡੇ ਥਰਿਪਸ ਵੀ ਆ ਤਾਂ ਫਿਰ ਤੁਸੀਂ ਨਾਲ ਐਬਾ ਸ਼ਾਮਲ ਕਰ ਲਿਓ, ਅਤੇ ਉਹਦੇ ਇਹ ਸਭ ਤੋਂ ਸਸਤਾ ਫਾਰਮੂਲਾ ਪੈਣਾ। ਇਹਦੇ ਨਾਲ ਵੀ ਤੁਹਾਡੀ ਫਸਲ ਲਾਸ਼ ਗਰੀਨ ਰਹੂਗੀ, ਕੋਈ ਤੁਹਾਡੀ ਕਪਾਹ ਦੀ ਫਸਲ ਜਿਹੜੀ ਹੈ ਸਟ੍ਰੈਸ ਨਹੀਂ ਲਊਗੀ। ਜਿਹੜੇ ਫਾਰਮੂਲੇ ਤੁਹਾਨੂੰ ਦੱਸੇ ਇਹ 'ਚ ਕੋਈ ਸਟ੍ਰੈਸ ਵਾਲਾ ਫਾਰਮੂਲਾ ਨਹੀਂ, ਕਿਉਂਕਿ ਡਾਇਫੈਂਥਰਨ ਵੀ ਤੁਸੀਂ ਜਿਹੜੀ ਵੱਡੀ ਕਪਾਹ 'ਤੇ ਕਰਨਾ, ਦਾਣੇਦਾਰ ਕਰਨਾ, ਤਾਂ ਉਹਦੀ ਸਟ੍ਰੈਸ ਨਹੀਂ ਹੁੰਦੀ। ਬਾਕੀ ਤੁਸੀਂ ਇੱਕ ਤੋਂ ਜਦੋਂ 2 ਸਪਰੇਅ ਕਰੋ ਤਾਂ ਵਿੱਚ ਤੁਸੀਂ ਮਾਈਕਰੋ ਨਿਊਟ੍ਰੈਂਟਸ ਲਾਜ਼ਮੀ ਕੋਈ ਨਾ ਕੋਈ ਸਪਰੇਅ ਕਰਿਓ। NPK ਦਾ ਕੋਈ ਲਾਜ਼ਮੀ ਸਪਰੇਅ ਕਰਿਓ, ਜਾਂ ਮੈਗਨੀਸ਼ੀਅਮ ਦਾ ਕਰਿਓ, ਜ਼ਿੰਕ ਬਰਾਨ ਦਾ ਕਰਿਓ, ਕ੍ਰਾਪ ਸਪਲੀਮੈਂਟ ਦਾ ਕਰਿਓ। ਉਹਦੇ ਨਾਲ ਕੀ ਹੋਊਗਾ, ਤੁਹਾਡੇ ਪੱਤੇ ਜਿਹੜੇ ਆ ਨਰਮ ਰਹਿਣਗੇ, ਲਸ਼ ਗਰੀਨ ਰਹਿਣਗੇ, ਅਤੇ ਖੁਰਾਕ ਜ਼ਿਆਦਾ ਬਣਾਉਣਗੇ। ਕਿਉਂਕਿ ਜਦੋਂ ਤੁਸੀਂ 2-3 ਸਪਰੇਅ ਕਰੋਗੇ ਤਾਂ ਸਪਰੇਅ ਜ਼ਿਆਦਾ ਕਰਨ ਦੇ ਨਾਲ ਕਪਾਹ ਦੇ ਪੱਤੇ ਜਿਹੜੇ ਆ ਹਾਰਡ ਹੋਣੇ ਸ਼ੁਰੂ ਹੋ ਜਾਂਦੇ ਆ। ਲੇਕਿਨ ਇਹ ਜਿੰਨੇ ਵੀ ਤੁਹਾਨੂੰ ਮੈਂ ਫਾਰਮੂਲੇ ਦੱਸੇ, ਇਹਦੇ 'ਚ ਕੋਈ ਐਸਾ ਫਾਰਮੂਲਾ ਵੈਸੇ ਨਹੀਂ ਹੈਗਾ ਜਿਹੜੇ ਤੁਹਾਡੇ ਕਪਾਹ ਦੇ ਪੱਤੇ ਜਿਹੜੇ ਹਾਰਡ ਕਰੇ। ਲੇਕਿਨ ਫਿਰ ਵੀ ਤੁਸੀਂ ਕੋਈ 2-3 ਸਪਰੇਅ ਜਿਹੜੇ ਆ ਉਹ ਲਾਜ਼ਮੀ ਵੀ ਆਪਣੀ ਕਪਾਹ ਦੀ ਫਸਲ ਦੇ ਮਾਈਕਰੋ ਨਿਊਟ੍ਰੀਐਂਟਸ ਦੇ ਕਰਨੇ ਆ, ਕ੍ਰਾਪ ਸਪਲੀਮੈਂਟ ਦੇ, ਜਿਹਦੇ ਸਾਰੀਆਂ ਚੀਜ਼ਾਂ ਹੁੰਦੀਆਂ ਵਾ।
ਤੇ ਤੁਹਾਡੀ ਕਪਾਹ ਦੀ ਜਿਹੜੀ ਪੈਦਾਵਾਰ ਹੈ ਇਨਸ਼ਾਅੱਲਾ ਬੰਪਰ ਪੈਦਾਵਾਰ ਤੁਹਾਡੀ ਹੋਊਗੀ। ਉਹ ਤੁਹਾਡਾ ਜਿਹੜਾ ਹਦਫ ਆ ਉਹ ਪੂਰਾ ਹੋਊਗਾ। ਅਗਰ ਵੀਡੀਓ ਚੰਗੀ ਲੱਗੀ ਹੋ ਤਾਂ ਦੂਸਰੇ ਕਿਸਾਨ ਵੀਰਾਂ ਨਾਲ ਲਾਜ਼ਮੀ ਸ਼ੇਅਰ ਕਰਿਓ। ਕਿਸੇ ਭਰਾ ਦਾ ਕੋਈ ਸਵਾਲ ਹੋਵੇ ਤਾਂ ਕਮੈਂਟ ਸੈਕਸ਼ਨ 'ਚ ਪੁੱਛ ਸਕਦਾ।